ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਤੇ ਤੁਹਾਡੇ ਨਾਲ ਗੁਰਪ੍ਰੀਤ ਸਿੰਘ ਚੱਠਾ ਚਰਚਾ ਕਰਨ ਜਾ ਰਹੇ ਹਾਂ ਹੁਣ ਤੱਕ ਦੀਆਂ ਵੱਡੀਆਂ ਤੇ ਕੁਝ ਸਿਆਸੀ ਖਬਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ। लगातार मुश्किलां वधदियां नज़र आ रही ने। एक होर खुलासा होया है साधू सिंह धर्मसोत दे बारे, उसदे बारे भी चर्चा करांगे ते नाल ही गलबात करांगे। धर्मसोत तो बाद एक होर साबका कांग्रेसी मंत्री कसूता फसदा नज़र आ रहा है। की आ पूरा मामला उसनूं लैके भी गलबात करांगे ते नाल ही गलबात करांगे कांग्रेस पार्टी दे वल्लों एक वड्डे लीडर नूं पार्टी चों कढ़िया गया, वड्डी कार्रवाई की गई है। आखिर वो की है मामला, उसके बारे भी चर्चा करांगे इस प्रोग्राम दे विच। ते साडे नाल शामिल ने सियासी माहिर प्रोफैसर मनजीत सिंह अणखी। सब तो पहला स्वागत करांगे अणखी साहब, प्रोग्राम च निघा स्वागत है जी। बहुत बहुत शुक्रिया चट्ठा साहब। अणखी साहब, साधू सिंह धर्मसोत की गल करते हैं, जिस तरीके दे नाल एक मामले दे विच जंगलात मामले नूं लैके उन्हां नूं जिहड़ा पुछगिछ कीती जाती है, फड़िया जाता है, तो उस तो बाद कई मामले उन्हां दे नाल जुड़ते नज़र आ रहे हैं। तो हुण नजायज़ माइनिंग मामले नूं लैके भी खुलासा होया है कि साधू सिंह धर्मसोत दा उहदे विच भी हत्थ दस्सिया जा रहा है। तो की लगता है किन्नियां कुछ मुश्किलां वध सकदियां ने आउण वाले समय दे विच? गुरप्रीत, इस तरह सी कि साधू सिंह धर्मसोत हमेशा वाद विवादां का विषय रहे ने, चाहे वो कैप्टन सरकार होवे, चाहे वो चन्नी सरकार होवे, ते चाहे मौजूदा समय भगवंत मान की सरकार हो जी। वाद विवादां दे नाल उन्हां दा हमेशा रिश्ता जिहड़ा रहा हैगा। याद होवेगा कि सब तो पहला वो पोस्ट मैट्रिक स्कॉलरशिप जिहड़ा सी एससी बच्चों का ਉਹਦੇ ਘਪਲੇ ਦੇ ਵਿੱਚ ਉਹ ਜੁੜੇ। कैप्टन अमरिंदर सिंह ने मिंट नहीं लाया क्योंकि वो खास तौर पर कहते सी कि वो कैप्टन अमरिंदर सिंह के हनुमान ने। तो कैप्टन अमरिंदर सिंह जिस तरीके ਨਾਲ जेब ਦੇ ਵਿੱਚ ਹੀ ਉਹਨਾਂ ਨੇ क्लीन चिट रखिया होंगे सन, क्लीन चिट जी चट उन्होंने देती, उस सारे मुद्दे तो उन्होंने सुरखुरा वो कर दिता। चन्नी सरकार बनी, चन्नी सरकार के समय बेशक उन्होंने कोई अहदा जो नहीं मंत्रीशिप दी गई, पर फिर भी वो वाद विवादां दा विषय नहीं सन। तो खैर जो भगवंत मान की सरकार बनती है और 13 अप्रैल को विसाखी वाले दिन तुहानूं याद होगा जलंधर विखे एक प्रैस कॉन्फ्रेंस जी भगवंत मान ने की सी। ਤਾਂ ਉਹਦੇ ਵਿੱਚ ਉਹਨਾਂ ਨੇ ਸਾਧੂ ਸਿੰਘ ਧਰਮਸੋਤ ਵੱਲ ਇਸ਼ਾਰਾ ਕਰਦਾ ਇੰਨੀ ਗੱਲ ਕਹੀ ਸੀ ਕਿ ਤੁਸੀਂ ਦੇਖਿਓ ਚੰਦ ਦਿਨ ਬਾਅਦ ਇੱਕ ਪੰਜਾਬ ਕਾਂਗਰਸ ਦਾ ਸਾਬਕਾ ਮੰਤਰੀ ਏਸੀ ਜੇਲ੍ਹਾਂ ਵਾਸਤੇ ਐਪਲੀਕੇਸ਼ਨ ਦਿੰਦਾ ਫਿਰੇਗਾ। ਇਹ ਪ੍ਰੈਸ ਕਾਨਫਰੰਸ 'ਚ ਇਹਦੀ ਗੱਲ ਕਹੀ ਸੀ। ਤਾਂ ਕਹਿਣ ਦਾ ਅਰਥ ਹੈ ਕਿ ਉਦੋਂ ਤੋਂ ਹੀ ਆਮ ਆਦਮੀ ਪਾਰਟੀ ਦੇ ਰਡਾਰ ਤੇ ਸਾਧੂ ਸਿੰਘ ਧਰਮਸੋਤ ਨੇ। ਤਾਂ ਸਾਧੂ ਸਿੰਘ ਧਰਮਸੋਤ ਦਾ ਜਿਹੜਾ ਸੰਬੰਧ ਹੈ, ਜਿਸ ਤਰੀਕੇ ਨਾਲ ਜੰਗਲਾਤ ਵਿਭਾਗ ਦੇ ਰੁੱਖ ਕੱਟਣ ਦੇ ਬਦਲੇ ਉਹਨਾਂ ਨੂੰ ਜਿਹੜਾ ਅਰੈਸਟ ਕੀਤਾ ਗਿਆ ਜਾਂ ਇਹੋ ਜਿਹਾ ਡਾਇਰੀ ਉਹਨਾਂ ਦੀ ਆਈ ਹੈ, ਤੇ 3 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਕੱਲ ਉਹਨਾਂ ਨੇ ਲਿਆ ਸੀ ਕਿਉਂਕਿ ਕੋਈ ਜਾਂਚ ਜਿਹੜੀ ਅਜੇ ਹੋਣੀ ਬਾਕੀ ਹੈ ਜੀ। ਹੁਣ ਇੱਕ ਨਵਾਂ ਮੁੱਦਾ ਜਿਹੜਾ ਉਹ ਸਾਹਮਣੇ ਆ ਗਿਆ ਕਿ ਜਿਹਦੇ ਵਿੱਚ ਮਾਈਨਿੰਗ ਦਾ ਮੁੱਦਾ ਹੈ, ਨਜਾਇਜ਼ ਮਾਈਨਿੰਗ ਵੀ ਉਹ ਕਰਾਉਂਦੇ ਰਹੇ ਨੇ, ਤੇ ਇਹਦੇ ਉੱਤੇ ਵੀ ਜਿਹੜੀ FIR ਆ ਉਹ ਲਾਂਚ ਹੋ ਸਕਦੀ ਹੈ। ਔਰ ਦੂਜੇ ਪਾਸੇ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈਗਾ, ਜਿਹੜਾ ਕਵਰੇ ਬਾਜੀ ਕੀਤੀ ਗਈ ਜਿਹੜੀ ਕਰੋੜਾਂ ਦੇ ਹਿਸਾਬ ਦੇ ਨਾਲ ਸੀ, ਤੇ ਹਾਲਾਂਕਿ ਇਹ ਉਸੇ ਕਮਿਊਨਿਟੀ ਦੇ ਬੱਚਿਆਂ ਦਾ ਵਜੀਫਾ ਸੀ ਜਿਸ ਕਮਿਊਨਿਟੀ ਜਾਂ ਜਿਸ ਵਰਗ ਦੇ ਨਾਲ ਸਾਧੂ ਸਿੰਘ ਧਰਮਸੋਤ ਸੰਬੰਧਿਤ ਨੇ। ਪਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਜਦੋਂ ਪੂਰਨ ਤੌਰ ਤੇ ਵਿਰੋਧੀ ਤੇ ਰੌਲਾ ਪਾ ਰਹੀ ਸੀ ਉਹਨੂੰ ਬਚਾ ਲਿਆ ਕਲੀਨ ਚਿੱਟ ਦੇ ਕੇ। ਤਾਂ ਇਹ ਵੀ ਸੂਤਰਾਂ ਤੋਂ ਜਾਂ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ, ਇਹ ਵੀ ਪਤਾ ਲੱਗਾ ਕਿ ਆਉਂਦਿਆਂ ਦਿਨਾਂ 'ਚ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈਗੀ ਆ ਉਹ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੇ ਘਪਲੇਬਾਜ਼ੀਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਲੀਨ ਚਿੱਟ ਦਿੱਤੀ ਸੀ, ਉਹਦੇ ਸੰਬੰਧੀ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਜਿਹੜੀ ਹੋ ਸਕਦੀ ਆ। ਸੋ ਆਉਂਦਿਆਂ ਦਿਨਾਂ 'ਚ ਸਾਧੂ ਸਿੰਘ ਧਰਮਸੋਤ ਤੇ ਹੋਰ ਕਈ ਤਰੀਕੇ ਦੇ ਅਸੀਂ ਕਹਿ ਸਕਦੇ ਕਿ ਸਮੱਸਿਆਵਾਂ ਜਿਹੜੀਆਂ ਨੇ ਉਹ ਵੱਧ ਸਕਦੀਆਂ ਨੇ। ਤੇ ਇਹ ਜਿਹੜਾ ਮਾਈਨਿੰਗ ਦਾ ਮੁੱਦਾ, ਕਿਉਂਕਿ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਜ਼ੀਰੋ ਟੋਲਰੈਂਸ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਲੈ ਕੇ ਚੱਲਦੀ ਪਈ ਹੈ। ਤਾਂ ਇਸ ਮੁੱਦੇ ਤੇ ਮੇਰਾ ਨਹੀਂ ਖਿਆਲ ਕਿ ਕਿਸੇ ਵੀ ਪੱਖ ਤੋਂ ਉਹ ਸਮਝੌਤਾ ਕਰਨ। ਬੇਸ਼ੱਕ ਉਹਨਾਂ ਨੇ ਕਿਹਾ ਕਿ ਠੇਕੇਦਾਰ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ, ਪਰ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਸਾਰੇ ਇੰਸੀਡੈਂਟ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਤਾਂ ਸਾਧੂ ਸਿੰਘ ਧਰਮਸੋਤ ਦੇ ਦੁਆਲੇ ਕਿਵੇਂ ਸਕੰਜਾ ਕੱਸਦੀ ਹੈ। ਕਿਉਂਕਿ ਉਹਨਾਂ ਨੇ ਏਡੀ ਜਲਦੀ ਜਿਸ ਤਰ੍ਹਾਂ ਹੀ ਕਹਿ ਸਕਦੇ ਹਾਂ ਕਿ ਕੁਝ ਨਾ ਕੁਝ ਕਰਕੇ ਪੰਜਾਬ ਦੇ ਲੋਕਾਂ ਨੂੰ ਵਿਖਾਉਣਾ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਉਹ ਭ੍ਰਿਸ਼ਟਾਚਾਰ ਦੇ ਵਿਰੋਧ ਮੁਹਿੰਮ ਜਿਹੜੀ ਸ਼ੁਰੂਆਤ ਕਰਕੇ ਉਹ ਸੱਤਾ 'ਚ ਆਏ ਨੇ। ਤਾਂ ਜਿੱਥੇ ਉਹਨਾਂ ਨੇ ਆਪਣੇ ਮੰਤਰੀ ਨੂੰ ਟੱਗਿਆ, ਉੱਥੇ ਦੂਜਾ ਸਾਧੂ ਸਿੰਘ ਧਰਮਸੋਤ ਦੇ ਸੰਬੰਧ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਐਕਸ਼ਨ ਹੈ ਕਾਫੀ ਸਖਤ ਜਿਹੜਾ ਉਹ ਲੱਗ ਰਿਹਾ। ਸੋ ਆਉਂਦਿਆਂ ਦਿਨਾਂ 'ਚ ਹੋ ਸਕਦਾ ਜਿਹੜੀ ਤੁਸੀਂ ਗੱਲ ਕਹਿ ਰਹੇ ਜੇ ਕਿ ਕੁਦਰਤੀ ਤੌਰ ਤੇ ਭਗਵੰਤ ਮਾਫ ਕਰਨਾ ਸਾਧੂ ਸਿੰਘ ਧਰਮਸੋਤ ਦਾ ਖਿਲਾਫ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵੱਧ ਸਕਦੀਆਂ।
ਅਰਗੇ ਸਾਹਿਬ ਜੇਕਰ ਦੇਖਿਆ ਜਾਵੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਇੱਕ ਗੱਲ ਕਹਿੰਦੀ ਹੁੰਦੀ ਸੀਗੀ ਕਿ ਥੱਲੇ ਅਫਸਰਾਂ ਤੋਂ ਲੈ ਕੇ ਉੱਪਰ ਮੁੱਖ ਮੰਤਰੀ ਤੱਕ ਇਨਵੋਲਵ ਹੁੰਦੇ ਨੇ, ਜੇਕਰ ਕੋਈ ਕਰਪਸ਼ਨ ਦਾ ਮਾਮਲਾ ਸਾਹਮਣੇ ਆਉਂਦਾ ਜਾਂ ਜੋ ਵੀ ਹੁੰਦਾ ਉੱਪਰ ਤੱਕ ਪੈਸੇ ਜਾਂਦੇ ਨੇ। ਤਾਂ ਜੇਕਰ ਦੇਖਿਆ ਜਾਵੇ ਤਾਂ ਧਰਮਸੋਤ ਵਾਲੇ ਮਾਮਲੇ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਤਾਂ ਕੀ ਲੱਗਦਾ ਹੈ ਕਿ ਮਾਮਲਾ ਧਰਮਸੋਤ ਤੱਕ ਹੀ ਸੀਮਿਤ ਰਹੇਗਾ ਅਫਸਰਾਂ ਤੋਂ ਲੈ ਕੇ, ਜਾਂ ਫਿਰ ਤਾਰ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਜੁੜ ਸਕਦੇ ਨੇ? ਚੱਠਾ ਸਾਹਿਬ, ਇਹ ਤਾਂ ਅਸੀਂ ਸਵੇਰੇ ਵੀ ਗੱਲ ਕੀਤੀ ਸੀ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿੰਦੇ ਰਹੇ ਆ ਤੇ ਮੈਨੂੰ ਪਤਾ ਸੀ ਕਿ ਮੇਰੀ ਸਰਕਾਰ 'ਚ ਕਿਹੜੇ ਮੰਤਰੀ ਕਰਪਟ ਨੇ, ਕਿਹੜਾ ਕਰਪਸ਼ਨ ਜਿਹੜੀ ਉਹ ਕਰਦੇ ਰਹੇ ਨੇ, ਤਾਂ ਮੈਂ ਉਹਨਾਂ ਦੀਆਂ ਫਾਈਲਾਂ ਬਣਾਈਆਂ ਨੇ। ਤਾਂ ਕੁਦਰਤੀ ਤੌਰ ਤੇ ਜਿੰਨੇ ਉਹ ਵਿਅਕਤੀ ਦੋਸ਼ੀ ਨੇ ਕਰਨ ਵਾਲੇ, ਕੁਦਰਤੀ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਵੀ ਉਸੇ ਤਰੀਕੇ ਦੇ ਜ਼ਿੰਮੇਵਾਰ ਠਹਿਰਾਏ ਜਾ ਸਕਦੇ ਨੇ, ਕਿਉਂਕਿ ਉਹ ਉਸ ਸੰਸਥਾ ਦੇ ਕੁਆਟਰ ਕਸਟੋਡੀਅਨ ਸਨ ਪੰਜਾਬ ਦੇ। ਤਾਂ ਉਹ ਜੇਕਰ ਕਸਟੋਡੀਅਨ ਦੇ ਵਿੱਚ ਉਹਨਾਂ ਦੀ ਰਹਿਨੁਮਾਈ ਦੇ ਥੱਲੇ ਜਿਹੜੇ ਬੰਦੇ ਨੇ ਪੰਜਾਬ ਨੂੰ ਕੁੱਟਦੇ ਨੇ ਤਾਂ ਕੁਦਰਤੀ ਤੌਰ ਤੇ ਸਰਪ੍ਰਸਤੀ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਦੀ ਸੀ। ਬਾਕੀ ਜਿਹੜਾ ਤੁਹਾਡਾ ਪ੍ਰਸ਼ਨ ਹੈਗਾ ਕਿ ਮਾਲ ਮਤਾ ਉਦੋਂ ਤੱਕ ਪਹੁੰਚਦਾ ਹੋਵੇਗਾ, ਬਿਲਕੁਲ ਜ਼ਰੂਰ ਪਹੁੰਚਿਆ ਹੋਵੇਗਾ। ਇਦਾਂ ਦੀ ਤਾਂ ਗੱਲ ਹੀ ਨਹੀਂ ਹੋ ਸਕਦੀ। ਤੁਸੀਂ ਤਾਂ ਮਾਲ ਮੱਤੇ ਦੀ ਗੱਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਤੱਕ ਸੀਮਿਤ ਕਰਕੇ ਵੇਖ ਰਹੇ ਜੀ। ਲੋਕ ਤੱਕ ਸੁਣਾ ਇਹ ਵੀ ਕਹਿੰਦੇ ਨੇ ਕਿ ਉਹ ਮਾਲ ਮਤਾ ਜਿਹੜਾ ਦਿੱਲੀ ਦੇ ਸਿਆਸੀ ਗਲਿਆਰੇ ਜਿਹੜੇ ਕਾਂਗਰਸ ਹਾਈ ਕਮਾਨ ਦੇ ਮੁੱਢਲੇ ਥਾਵਾਂ ਉਦੋਂ ਤੱਕ ਵੀ ਪਹੁੰਚਦਾ ਰਿਹਾ। ਤਾਂ ਹੀ ਇਹਨਾਂ ਮੰਤਰੀਆਂ ਨੂੰ ਕਲੀਨ ਚਿੱਟਾਂ ਦੇ ਕੇ 4.5 ਸਾਲ ਜਾਂ 5 ਸਾਲ ਪੂਰਨ ਤੌਰ ਤੇ ਅਸੀਂ ਕਹਿ ਸਕਦੇ ਕਿ ਵਰਦੀ ਗੰਗਾ 'ਚ ਇਹਨਾਂ ਲੋਕਾਂ ਨੇ ਹੱਥ ਜਿਹੜੇ ਉਹ ਧੋਏ ਨੇ ਪੂਰੀ ਤਰੀਕੇ ਦੇ ਨਾਲ। ਕੈਪਟਨ ਅਮਰਿੰਦਰ ਸਿੰਘ ਦੀ ਤਾਂ ਤੁਸੀਂ ਗੱਲ ਛੱਡੋ, ਮਤਲਬ ਜਿਸ ਤਰੀਕੇ ਨਾਲ ਮੈਂ ਗੱਲ ਕਰਾਂ, ਕਨਸੂਆਂ ਜਿਹੜੀਆਂ ਨੇ ਜਿਹੜੇ ਇੰਚਾਰਜ ਲੱਗਦੇ ਰਹੇ ਨੇ ਪੰਜਾਬ ਕਾਂਗਰਸ ਦੇ, ਉਹ ਵੀ ਆਪਣਾ ਦਫਾ ਸ਼ਖਤ ਸ਼ਿਕਾਉਂਦੇ ਰਹੇ ਨੇ, ਤੇ ਦੂਜੇ ਪਾਸੇ ਉਹ ਮਾਇਆ ਜਿਹੜੀ ਹੈ ਦਿੱਲੀ ਦੇ ਹਾਈ ਕਮਾਂਡ ਦੇ ਦੁਆਰਿਆਂ ਤੱਕ ਵੀ ਜਿਹੜੀ ਪਹੁੰਚਦੀ ਰਹੀ ਹੈ। ਇਹ ਜਿਹੀਆਂ ਖਬਰਾਂ ਵੀ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ। ਸੋ ਕਦੇ ਵੀ ਆਪਣੇ ਚੱਠਾ ਸਾਹਿਬ ਇੰਨੀ ਜ਼ਰੂਰਤ ਕੋਈ ਵਿਅਕਤੀ ਆਪਣੇ ਪੱਧਰ ਤੇ ਨਹੀਂ ਕਰ ਸਕਦਾ ਜਿੰਨਾ ਚਿਰ ਤੱਕ ਉਸ ਦੇ ਉੱਤੇ ਸਿਆਸੀ ਹੱਥ ਨਾ ਹੋਵੇ, ਉਸ ਨੂੰ ਕਿਸੇ ਦੀ ਸਰਪ੍ਰਸਤੀ ਨਾ ਮਿਲੀ ਹੋਵੇ, ਕਿਸੇ ਵਿਅਕਤੀ ਦੀ ਇੰਨੀ ਜ਼ਰੂਰਤ ਨਹੀਂ ਹੁੰਦੀ। ਤਾਂ ਕੁਦਰਤੀ ਤੌਰ ਤੇ ਇਹੋ ਜਿਹਾ ਜਿਹੜਾ ਅਸੀਂ ਕਹਿ ਸਕਦੇ ਕਿ ਵਰਤਾਰਾ ਕੈਪਟਨ ਅਮਰਿੰਦਰ ਸਿੰਘ ਦੇ ਸਬੰਧ ਦੇ ਵਿੱਚ ਵੀ ਵੇਖਣ ਨੂੰ ਮਿਲ ਸਕਦਾ। ਚਾਹੀਦਾ ਤਾਂ ਇਹ ਆ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਬਕਾ ਕਾਂਗਰਸੀ ਮੰਤਰੀਆਂ ਖਿਲਾਫ ਕਾਰਵਾਈ ਕਰਨ ਵਾਸਤੇ ਪੂਰਨ ਤੌਰ ਤੇ ਵਚਨਬੱਧ ਆ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਸ ਕਲਾਵੇ ਵਿੱਚ ਲੈ ਲੈਣਾ ਚਾਹੀਦਾ। ਘੱਟੋ ਘੱਟ ਪਤਾ ਤਾਂ ਲੱਗੇ ਕਿ ਸੱਚਾ ਕੌਣ ਤੇ ਝੂਠਾ ਕੌਣ। ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਫਾਈਲਾਂ ਬਣਾਈਆਂ, ਕਹਿੰਦਾ ਕਿ ਮੇਰੇ ਕੋਲ ਫਾਈਲਾਂ ਨੇ, ਤੇ ਉਹ ਫਾਈਲਾਂ ਫਿਰ ਅੱਜ ਤੱਕ ਜਨਤਕ ਕਿਉਂ ਨਹੀਂ ਕੀਤੀ ਗਈਆਂ? ਪ੍ਰਸ਼ਨ ਤਾਂ ਇਹ ਵੀ ਆ। ਸੋ ਇਹ ਗੱਲ ਬਿਲਕੁਲ ਠੀਕ ਆ ਕਿ ਜਿਹੜਾ ਮਾਲ ਮਤਾ ਆ ਕੇਵਲ ਕੈਪਟਨ ਅਮਰਿੰਦਰ ਸਿੰਘ ਤੱਕ ਹੀ ਨਹੀਂ, ਉੱਪਰ ਤੱਕ ਵੀ ਪਹੁੰਚਦਾ ਹੋਵੇ। ਜੀ ਬਿਲਕੁਲ, ਤਾਂ ਕਹਿ ਸਕਦੇ ਹਾਂ ਕਿ ਕਥਿਤ ਘੁਟਾਲਿਆਂ ਨੂੰ ਲੈ ਕੇ ਹੁਣ ਜਿਹੜੀ ਜਾਂਚ ਲਗਾਤਾਰ ਹੁੰਦੀ ਨਜ਼ਰ ਆ ਰਹੀ ਹੈ ਤੇ ਕਈ ਸਾਬਕਾ ਮੰਤਰੀ ਕਾਨੂੰਨ ਦੇ ਨਿਸ਼ਾਨੇ ਤੇ ਨੇ। ਤੇ ਹੁਣ ਨਾਲ ਹੀ ਗੱਲ ਕਰਾਂਗੇ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਹੁਣ ਘਿਰਦੇ ਨਜ਼ਰ ਆ ਰਹੇ ਨੇ ਇੱਕ ਮਾਮਲੇ ਨੂੰ ਲੈ ਕੇ। ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਹੁਣ ਜਾਂਚ ਦੀ ਗੱਲ ਕਹੀ ਜਾ ਰਹੀ ਹੈ, ਤਾਂ ਕਿਵੇਂ ਦੇਖਦੇ ਹੋ ਮਾਝਾ ਬ੍ਰਿਗੇਡ ਵੀ ਹੁਣ ਕਾਨੂੰਨ ਦੇ ਨਿਸ਼ਾਨੇ ਤੇ ਨਜ਼ਰ ਆ ਰਿਹਾ? ਦੇਖੋ, ਜਿਹੜੀ ਮਾਝਾ ਬ੍ਰਿਗੇਡ ਆ ਜਿਸ ਦੇ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦਾ ਨਾਮ ਸਭ ਤੋਂ ਮੋਹਰੇ ਕਤਾਰ ਦੇ ਵਿੱਚ ਆਉਂਦਾ, ਕੁਦਰਤੀ ਤੌਰ ਤੇ ਇਹ ਅਸੀਂ ਕਹਿ ਸਕਦੇ ਕਿ ਅਗਲਾ ਸਕੰਜਾ ਜਿਹੜਾ ਜਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਦੁਆਲੇ ਕੱਸਿਆ ਜਿਹੜਾ ਜਾਣਾ ਯਕੀਨਨ ਤੈਅ ਹੈਗਾ। ਜਿਸ ਤਰੀਕੇ ਨਾਲ ਅੱਜ ਅੰਮ੍ਰਿਤਸਰ ਵਿਖੇ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜੀ, ਔਰ ਉਹਦੇ ਵਿੱਚ ਕਰੋੜਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਆ ਅਲਫਾ ਸਿਟੀ ਜਿਹੜੀ ਆ, ਉਹ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਕਰੋੜਾਂ ਦੀ ਜ਼ਮੀਨ ਸੀ ਉਹ, ਪਰ ਐਨ ਚੋਣ ਜ਼ਾਬਤੇ ਦੇ ਦਰਮਿਆਨ ਹੀ ਪੰਚਾਇਤ ਮੰਤਰੀ ਦੇ ਦਸਤਖਤਾਂ ਦੇ ਹੇਠ ਉਹ ਜ਼ਮੀਨ ਜਿਹੜੀ ਸਸਤੇ ਭਾਅ ਕੌਡੀਆਂ ਦੇ ਭਾਅ ਆਪਣੇ ਜਿਹੜੇ ਚਹੇਤਿਆਂ ਨੂੰ ਉਹ ਵੇਚ ਕੇ ਤਾਂ ਉਹਨਾਂ ਵਿੱਚੋਂ ਕਾਫੀ ਵੱਡੇ ਪੱਧਰ ਤੇ ਕਮਿਸ਼ਨ ਜਿਹੜੀ ਸਰਕਾਰੀ ਜ਼ਮੀਨ ਜਿਹੜੀ ਸੀ ਤਾਂ ਉਹ ਵੇਚ ਦਿੱਤੀ ਗਈ, ਤਾਂ ਉਸ ਦੀ ਕਮਿਸ਼ਨ ਜਿਹੜੀ ਆ ਉਹ ਸ਼ਖਸ ਖਾ ਲਈ। ਇਹੋ ਜਿਹੇ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਕਲੀਅਰ ਕੱਟ ਜਿਹੜੇ ਇਲਜ਼ਾਮ ਲਾਏ ਨੇ, ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਸੰਬੰਧੀ ਜਾਂਚ ਜਿਹੜੀ ਆ ਉਹ ਜਾਰੀ ਹੈ ਤੇ ਜਲਦੀ ਨਤੀਜੇ ਜਿਹੜੇ ਸਾਹਮਣੇ ਆਉਣਗੇ। ਤੁਹਾਨੂੰ ਯਾਦ ਹੋਵੇਗਾ ਚੱਠਾ ਸਾਹਿਬ, ਪਿਛਲੇ ਦਿਨਾਂ 'ਚ ਪ੍ਰੀਤਪਾਲ ਸਿੰਘ ਜਿਹੜੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਅਮਰਿੰਦਰ ਸਿੰਘ ਬਣਾਵਾਲੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇੰਨੀ ਗੱਲ ਕਹੀ ਸੀ। ਜਦੋਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਕਿ ਮਾਝਾ ਬ੍ਰਿਗੇਡ ਦੇ ਜਿੰਨੇ ਵੀ ਬੰਦੇ ਨੇ ਸਾਰੇ ਦੇ ਸਾਰੇ ਭ੍ਰਿਸ਼ਟ ਨੇ, ਸਾਰੇ ਹੀ ਉਹਨਾਂ ਦੇ ਵਿੱਚ ਆ ਸਕਦੇ ਨੇ। ਜਦੋਂ ਉਹਨਾਂ ਨੂੰ ਪੁੱਛਿਆ ਕਿ ਕੈਪਟਨ ਅਮਰਿੰਦਰ ਸਿੰਘ ਨਾਮ ਜਨਤਕ ਕਿਉਂ ਨਹੀਂ ਕਰ ਰਹੇ, ਸੋ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਨੇ ਉਦੋਂ ਵੀ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨੂੰ ਇਸ਼ਾਰਿਆਂ ਨਾਲ ਘੇਰਿਆ। ਔਰ ਉਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਵੇਗਾ ਕਿ ਪਠਾਨਕੋਟ ਦੇ ਵਿੱਚ ਵੀ ਕੁਝ ਮਾਈਨਿੰਗ ਦੇ ਮੁੱਦੇ ਸਨ ਜਿਨ੍ਹਾਂ ਦਾ ਸੰਬੰਧ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਨਾਲ ਸਿੱਧੇ ਤੌਰ ਤੇ ਜੁੜਦਾ। ਤਾਂ ਹੁਣ ਅੱਜ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਜਿਸ ਤਰੀਕੇ ਨਾਲ ਜਿਹੜੇ ਸਰਕਾਰੀ ਜ਼ਮੀਨਾਂ ਨੂੰ ਹੜੱਪਣ ਦਾ ਇਲਜ਼ਾਮ ਜਿਹੜਾ ਤ੍ਰਿਪਤ ਰਜਿੰਦਰ ਬਾਜਵੇ ਤੇ ਲੱਗਦਾ ਆ, ਕੁਦਰਤੀ ਤੌਰ ਤੇ ਇਹ ਕਹਿਣਾ ਪਏਗਾ ਕਿ ਹੁਣ ਆਮ ਆਦਮੀ ਪਾਰਟੀ ਦੇ ਰਡਾਰ ਦੇ ਉੱਤੇ ਬਾਜਵਾ ਸਾਹਿਬ ਨੇ ਜਿਹੜੇ ਕਿਸੇ ਸਮੇਂ
ਕੈਪਟਨ ਅਮਰਿੰਦਰ ਸਿੰਘ ਦੇ ਸੱਜੇ ਖੱਬੇ ਹੁੰਦੇ ਸਨ। ਇਹ ਵੀ ਕਿਹਾ ਜਾਂਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਉਹ ਮੁੱਛ ਦੇ ਵਾਲ ਸੀ, ਔਰ ਜਿੰਨੀ ਉਹਨਾਂ ਨੇ 2 ਨੰਬਰ ਤੇ ਹਾਲਾਂਕਿ ਮੰਤਰੀ ਸੀ ਪਰ ਅਸਲ ਪਾਵਰਾਂ ਉਹਨਾਂ ਕੋਲ ਮੁੱਖ ਮੰਤਰੀ ਵਾਲੀਆਂ ਹੀ ਸਨ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਤਰਜਿੰਦਰ ਸਿੰਘ ਬਾਜਵਾ ਦੀ ਦੂਜੀ ਜਿਹੜੀ ਆ ਪੰਜਾਬ ਦੇ ਸੱਤਾ ਦੇ ਗਲਿਆਰਾਂ 'ਚ ਬੋਲਦੀ ਸੀ। ਸਬੰਧ ਫਿਰ ਇਹੋ ਜਿਹੇ ਵਿਗੜੇ ਕਿ ਤਰਜਿੰਦਰ ਬਾਜਵਾ ਔਰ ਕੈਪਟਨ ਅਮਰਿੰਦਰ ਸਿੰਘ ਆਮੋ ਸਾਹਮਣੇ ਹੋ ਗਏ। ਤਾਂ ਉਸ ਵਕਤ ਸਭ ਤੋਂ ਜ਼ਿਆਦਾ ਝੰਡਾ ਜਿਹੜਾ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਹਟਾਉਣ ਦਾ ਮਾਝਾ ਬ੍ਰਿਗੇਡ ਜਿਹਦੇ ਮੁਖੀ ਤਰਜਿੰਦਰ ਸਿੰਘ ਬਾਜਵਾ ਸਨ ਉਹਨਾਂ ਨੇ ਚੁੱਕਿਆ। ਪਰ ਬਾਜਵਾ ਤਰਜਿੰਦਰ ਬਾਜਵੇ ਦੀ ਜਿਹੜੀ ਕਾਰਜਸ਼ੈਲੀ ਆ ਬੜੀ ਹੋਰ ਤਰੀਕੇ ਦੀ ਚੁੱਪ ਚੁੱਪੀ ਤੇ ਆਪਣਾ ਕੰਮ ਕੱਢੀ ਜਾਣਾ ਔਰ ਜੋ ਵੀ ਹੁੰਦਾ ਉਸ ਨੂੰ ਉਸ ਤਰੀਕੇ ਨਾਲ ਚੱਲਣ ਦੇਣਾ। ਤਾਂ ਉਸ ਸਮੇਂ ਦੇ ਵਿੱਚ ਵੀ ਉਹਨਾਂ ਦਾ ਤਰਜਿੰਦਰ ਬਾਜਵੇ ਦੇ ਜਿਹੜੇ ਵਿਧਾਨ ਸਭਾ ਹਲਕੇ ਨੇ ਔਰ ਉਹਨਾਂ ਦੇ ਹਲਕਿਆਂ ਦੇ ਵਿਚਕਾਰ ਜਿਸ ਤਰੀਕੇ ਨਾਲ ਉਹਨਾਂ ਦੀ ਦਖਲ ਅੰਦਾਜ਼ੀ ਹੁੰਦੀ ਰਹੀ ਆ ਕੈਪਟਨ ਅਮਰਿੰਦਰ ਦੇ ਇਸ਼ਾਰੇ ਨਾਲ, ਉਹਦੇ ਵਿੱਚ ਅਸ਼ਵਨੀ ਸੇਖੜੀ ਹੋਣੀ ਵੀ ਠੋਕੇ ਗਏ, ਉਹਨਾਂ ਦਾ ਵੀ ਹੱਥਾਂ ਜਿਹੜਾ ਕਿਸਮ ਦਾ ਖਾਲੀ ਕਰ ਦਿੱਤਾ ਗਿਆ। ਸੋ ਬੜੇ ਵਾਦ ਵਿਵਾਦ ਜਿਹੜੇ ਨੇ ਤਰਜਿੰਦਰ ਸਿੰਘ ਬਾਜਵਾ ਨਾਲ ਜੁੜਦੇ ਰਹੇ ਨੇ ਜਦੋਂ ਉਹ ਸੱਤਾ ਦੇ ਵਿੱਚ ਵੀ ਸਨ। ਖੈਰ ਸੰਬੰਧ ਇੱਥੋਂ ਤੱਕ ਵਿਗੜੇ, ਉਹਨਾਂ ਦਾ ਜਿਹੜਾ ਭਾਂਜਾ ਸੀ ਨਵਜੋਤ ਸਿੰਘ ਬਾਦ ਐਸਐਸਪੀ ਸੀ ਉਹਨੂੰ ਬਦਲ ਕੇ ਮੁਹਾਲੀ ਲਾ ਦਿੱਤਾ ਗਿਆ। ਲੜਾਈ ਜਿਹੜੀ ਆਮੋ ਸਾਹਮਣੀ ਹੋ ਗਈ, ਅਖੀਰ ਕੈਪਟਨ ਅਮਰਿੰਦਰ ਸਿੰਘ ਉੱਤੇ ਹਾਵੀ ਜਿਹੜੇ ਤਰਜਿੰਦਰ ਸਿੰਘ ਬਾਜਵਾ ਪਈ। ਉਸ ਤੋਂ ਅੱਗੇ ਚੰਨੀ ਸਾਹਿਬ ਦਾ ਸਰਕਾਰਾਂ ਦੀ ਚੰਨੀ ਦੇ ਵਿੱਚ ਫਿਰ ਜਿਹੜੇ ਮੰਤਰੀ ਪੰਚਾਇਤ ਮੰਤਰੀ ਤਰਜਿੰਦਰ ਸਿੰਘ ਬਾਜਵਾ ਨੂੰ ਬਣਾਇਆ ਜਾਂਦਾ। ਉਹ ਵੀ ਟਾਈਮ ਲੰਘਿਆ ਕਿਉਂਕਿ ਚੰਨੀ ਉਹਨਾਂ ਦੇ ਸਾਹਮਣੇ ਬੋਲ ਹੀ ਨਹੀਂ ਸਕੇ ਜਿੰਨਾ ਉਹਨਾਂ ਦਾ ਮਾਝਾ ਬ੍ਰਿਗੇਡ ਜਿਹੜੀ ਸੀ, ਜਿਹਨਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਸੁਖ ਸਰਕਾਰੀਆ ਜਾਂ ਇਹੋ ਜਿਹੇ ਬੰਦੇ ਜਿਹੜੇ ਉਹ ਸ਼ਾਮਲ ਸਨ। ਸੋ ਕਹਿਣ ਦਾ ਅਰਥ ਆ ਕਿ ਇਹੋ ਜਿਹੇ ਵਾਦ ਵਿਵਾਦਾਂ ਦੇ ਵਿੱਚ ਇੱਕ ਪਾਵਰਫੁਲ ਮੰਤਰੀ ਦੀ ਜਿਹੜੀ ਭੂਮਿਕਾ ਆ, ਚਾਹੇ ਉਹ ਕੈਪਟਨ ਅਮਰਿੰਦਰ ਦੀ ਸਰਕਾਰ ਹੋਵੇ ਚਾਹੇ ਉਹ ਚਰਨਜੀਤ ਸਿੰਘ ਚੰਨੀ ਦਾ ਕਾਰਜਕਾਲ ਹੋਵੇ, ਤਰਜਿੰਦਰ ਬਾਜਵਾ ਹਮੇਸ਼ਾ ਸੱਤਾ ਦੇ ਕੇਂਦਰ 'ਚ ਰਹੇ ਤੇ ਇੱਕ ਸ਼ਕਤੀਸ਼ਾਲੀ ਮੰਤਰੀ ਵਜੋਂ ਉਹ ਰਹੇ ਨੇ। ਤੇ ਹੁਣ ਜਿਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ, ਇਹ ਕੁਦਰਤੀ ਤੌਰ ਤੇ ਪਹਿਲਾਂ ਵੀ ਆ ਗਈਆਂ ਸਨ। ਲੋਕਾਂ ਦੀਆਂ ਦੰਤ ਕਥਾਵਾਂ ਜ਼ਰੂਰ ਸਨ ਕਿ ਜਿੰਨਾ ਮਾਲ ਮਤਾ ਤਰਜਿੰਦਰ ਸਿੰਘ ਬਾਜਵਾ ਨੇ ਬਣਾਇਆ ਸ਼ਾਇਦ ਉਹਨਾਂ ਕਿਸੇ ਹੋਰ ਨੇ ਨਾ ਬਣਾਇਆ ਹੋਵੇ, ਕਿਉਂਕਿ ਜਿੰਨੀਆਂ ਨਜ਼ਦੀਕੀਆਂ ਕੈਪਟਨ ਅਮਰਿੰਦਰ ਦੇ ਨਾਲ ਸਨ ਉਹੀ ਨਜ਼ਦੀਕੀਆਂ ਬਾਅਦ 'ਚ ਇਹਨਾਂ ਦੀਆਂ ਦੁਸ਼ਮਣੀਆਂ 'ਚ ਤਬਦੀਲ ਹੋ ਗਈਆਂ। ਤੇ ਦੇਖੋ ਇੰਨੀ ਹਨੇਰੀ ਚੱਲੀ ਪਰ ਫਿਰ ਵੀ ਇਸ ਦੇ ਬਾਵਜੂਦ ਤਰਜਿੰਦਰ ਸਿੰਘ ਬਾਜਵਾ ਆਪਣੀ ਸੀਟ ਬਚਾਉਣ ਦੇ ਵਿੱਚ ਫਿਰ ਉਹ ਕਾਮਯਾਬ ਹੋ ਗਏ। ਜੀ ਜੀ। ਖੈਰ ਇਹ ਹੁਣ ਜਿਹੜੀ ਸਥਿਤੀਆਂ ਨੇ ਇਹ ਅਲੱਗ ਨੇ। ਹੁਣ ਜਿਹੜਾ ਪ੍ਰਸ਼ਨ ਜਿਹੜਾ ਹੈਗਾ ਉਹ ਐਲਫਾ ਸਿਟੀ ਨਾਂ ਦੀ ਜ਼ਮੀਨ ਦਾ ਹੈਗਾ। ਇਹ ਬੜੇ ਚਿਰਾਂ ਦੀ ਇਨਕੁਆਇਰੀ ਜਿਹੜੀ ਆ ਇਹਨਾਂ ਦੇ ਖਿਲਾਫ ਜਿਹੜੀ ਉਹ ਚੱਲਦੀ ਪਈ ਸੀ। ਤਾਂ ਹੁਣ ਜਿਸ ਤਰੀਕੇ ਨਾਲ ਸੰਗਰੂਰ ਦੀ ਜਿਮਨੀ ਚੋਣ ਜਿਹੜੀ ਆਉਣ ਵਾਲੀ ਹੈ 23 ਜੂਨ ਨੂੰ ਜਿਹੜੀ ਜਿਮਨੀ ਚੋਣ ਹੋਣੀ ਆ, ਉਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਭਗਵੰਤ ਮਾਨ ਉਹਨਾਂ ਨੇ ਆਪਣਾ ਇੱਕ ਕੰਮ ਮਾਰ ਕੇ ਢੰਗ ਦਾ ਬਿਜ਼ਨਸ ਸਿੰਘੜਾ, ਦੂਜਾ ਸਾਧੂ ਸਿੰਘ ਧਰਮਸੋਂ ਉਹਨਾਂ ਨੇ ਠੋਕ ਦਿੱਤਾ ਅੰਦਰ। ਹੁਣ ਤੀਜਾ ਵੀ ਮੰਤਰੀ ਸਾਬਕਾ ਮੰਤਰੀ ਜਾਂ ਸਾਬਕਾ ਵਿਧਾਇਕ ਉਹਨਾਂ ਨੇ ਕਰਨਾ ਜਿਸ ਤਰੀਕੇ ਨਾਲ ਖਾਲਸਾ ਸ਼ਮਸ਼ੇਰ ਸਿੰਘ ਦੋਲੋ ਦੀ ਸਟੇਟਮੈਂਟ ਵੀ ਆਈ। ਉਹਨਾਂ ਨੇ ਵੀ ਕਿਹਾ ਕਿ 60 ਦੇ ਕਰੀਬ ਇਹੋ ਜਿਹੇ ਬੰਦੇ ਨੇ ਜਿਹੜੇ ਕਾਂਗਰਸ ਦੇ ਸਾਬਕਾ ਜਿਹਨਾਂ ਨੇ ਪੰਜਾਬ 'ਚ ਪੂਰਨ ਲੁੱਟ ਮਚਾਈ ਉਹ ਵੀ ਫੜ ਕੇ ਅੰਦਰ ਜਿਹੜੇ ਕਰਨੇ ਚਾਹੀਦੇ ਨੇ। ਤਾਂ ਹੁਣ ਪ੍ਰਸ਼ਨ ਇਹ ਪੈਦਾ ਹੁੰਦਾ ਕਿ ਭਗਵੰਤ ਮਾਨ ਦੀ ਸਰਕਾਰ ਦੀ ਇਸ ਪ੍ਰਤੀ ਨੀਤੀ ਕੀ ਹੈ? ਕੀ ਵਾਕਿਆ ਉਹ ਪੂਰਨ ਤੌਰ ਤੇ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਮੂਡ 'ਚ ਨੇ, ਜਾਂ ਇੱਕ ਡਰਾਵਾ ਦੀ ਰਾਜਨੀਤੀ ਕਰ ਰਹੇ ਆ, ਜਾਂ ਆਪਣੀ ਸਥਿਤੀ ਨੂੰ ਬਣਾਉਣ ਵਾਲੀ ਗੱਲ ਕਰ ਰਹੇ ਆ? ਪਰ ਇਹ ਗੱਲਾਂ ਅਲੱਗ ਤਰ੍ਹਾਂ ਦਾ ਪ੍ਰਸ਼ਨ ਜਿਹੜਾ ਸੱਜਦੀਆਂ ਨੇ। ਪਰ ਸਭ ਤੋਂ ਵੱਡਾ ਮਹੱਤਵਪੂਰਨ ਅੱਜ ਦੀ ਤਰੀਕ ਦੀ ਜਿਹੜੀ ਘਟਨਾ ਉਹ ਇਹ ਆ ਕਿ ਤਰਜਿੰਦਰ ਸਿੰਘ ਬਾਜਵਾ ਦੇ ਦੁਆਲੇ ਵੀ ਸਕੰਜਾ ਜਿਹੜਾ ਕੱਸਿਆ ਜਾਣਾ ਉਹ ਸ਼ੁਰੂ ਹੋ ਗਿਆ। ਹੁਣ ਇਹ ਵੇਖਣਾ ਹੋਵੇਗਾ ਕਿ ਇਹਦੇ ਵਿੱਚੋਂ ਤਰਜਿੰਦਰ ਸਿੰਘ ਬਾਜਵਾ ਬਚ ਰਹੇ ਆ ਜਾਂ ਫੜ ਕੇ ਉਹ ਵੀ ਪਟਿਆਲਾ ਜੇਲ੍ਹ ਵਿੱਚ ਜਾਂਦੇ। ਜੀ ਬਿਲਕੁਲ। ਤੇ ਜਿਸ ਤਰੀਕੇ ਦੇ ਨਾਲ ਹੁਣ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਜਾਂ ਕਹਿ ਲਈਏ ਵੀ ਆਮ ਆਦਮੀ ਪਾਰਟੀ ਆਪਣੇ ਪੱਧਰ ਤੇ ਕਾਰਵਾਈਆਂ ਕਰ ਰਹੀ ਹੈ, ਜਾਂ ਫਿਰ ਕਾਨੂੰਨ ਹੈ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਾਨੂੰਨੀ ਤੌਰ ਤੇ ਕਾਰਵਾਈਆਂ ਹੋ ਰਹੀਆਂ ਨੇ, ਪਰ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਬਿਆਨ ਸਾਹਮਣੇ ਆਇਆ ਸੀਗਾ ਉਸ ਤੋਂ ਬਾਅਦ ਉੱਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਆਈ। ਤਾਂ ਕੀ ਦੇਖਿਆ ਜਾਵੇ ਤਾਂ ਉਹਨਾਂ ਦਾ ਬਿਆਨ ਸਿਰਫ ਡਰਾਉਣ ਤੱਕ ਹੀ ਸੀਮਤ ਸੀ। ਚੱਡਾ ਸਾਹਿਬ ਵੇਖੋ, ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਰਾਜਨੀਤੀ ਰਹੀ ਹੈ ਜਾਂ ਕਾਰਜਸ਼ੈਲੀ, ਮੈਂ ਪਿਛਲੇ ਘੱਟ ਤੋਂ ਘੱਟ 92 ਤੋਂ ਦੇਖਦਾ ਆ ਰਿਹਾ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ। ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਨੀਤੀ ਹੈ ਕਾਰਜਸ਼ੈਲੀ, ਇੱਕ ਰਜਵਾੜਾਸ਼ਾਹੀ, ਇੱਕ ਡਰਾਵੇਬਾਜ਼ੀ ਕਿ ਜਿਹੜਾ ਰਾਜਾ ਹੁੰਦਾ, ਕਿਉਂਕਿ ਬੁਨਿਆਦੀ ਤੌਰ ਤੇ ਉਹਨਾਂ ਅੰਦਰ ਰਾਜਸੀ ਲੋਕ ਹੈਗਾ ਤੇ ਰਾਜਾ ਹਮੇਸ਼ਾ ਡਰਾ ਕੇ ਰੱਖਦਾ, ਚਾਹੇ ਉਸਦੇ ਵਜ਼ੀਰ ਹੋਣ ਚਾਹੇ ਕੋਈ ਹੋਣ। ਤਾਂ ਉਹ ਜਿਹੜੀ ਕਾਰਜਸ਼ੈਲੀ ਆ ਕੈਪਟਨ ਅਮਰਿੰਦਰ ਸਿੰਘ ਹੁਣੀ ਅਪਣਾਉਂਦੇ ਰਹੇ ਆ। ਜੇ ਉਹਨਾਂ ਨੇ ਨਾਮ ਜਨਤਕ ਕਰਨੇ ਹੁੰਦੇ ਤਾਂ ਬੜੇ ਚਿਰ ਪਹਿਲਾਂ ਦੇ ਕਰ ਦਿੱਤੇ ਹੁੰਦੇ। ਜੇਕਰ ਉਹਨਾਂ ਨੇ ਫਾਈਲਾਂ ਦੇਣੀਆਂ ਹੁੰਦੀਆਂ ਤਾਂ ਅਮਿਤ ਸ਼ਾਹ ਉਹਨਾਂ ਨੂੰ ਬੜੇ ਪਹਿਲਾਂ ਦੀਆਂ ਦੇ ਚੁੱਕੇ ਹੁੰਦੇ। ਜੇਕਰ ਕਾਂਗਰਸ ਹਾਈ ਕਮਾਨ ਨੂੰ ਦੇਣੀਆਂ ਹੁੰਦੀਆਂ ਦੇ ਦਿੱਤੀਆਂ ਹੁੰਦੀਆਂ। ਜੇ ਭਗਵੰਤ ਮਾਨ ਦੇ ਨਾਲ ਉਹਨਾਂ ਨੇ ਮੁਲਾਕਾਤ ਕਰਨੀ ਹੁੰਦੀ ਤਾਂ ਕਰਦੀ ਹੁੰਦੀ। ਪਰ ਕਦੇ ਵੀ ਉਹ ਇਹਨਾਂ ਮੁੱਦਿਆਂ ਵੱਲ ਕਦੀ ਗਏ ਨਹੀਂ। ਸਿਰਫ ਇੱਕ ਅੱਧਾ ਬਿਆਨ ਜ਼ਰੂਰ ਦੇ ਦਿੰਦੇ ਆ ਕਿ ਮੈਂ ਨਾਮ ਜਨਤਕ ਕਰੂੰਗਾ, ਫਿਰ ਉਹ ਚੁੱਪ ਕਰ ਜਾਂਦੇ ਆ। ਫਿਰ ਉਸ ਤੋਂ ਮਗਰੋਂ ਉਹ ਕੁਝ ਨਹੀਂ ਬੋਲਦੇ।
ਸੋ ਉਹਨਾਂ ਦਾ ਬੋਲਣਾ ਨਾ ਬੋਲਣਾ ਇਹ ਬੜੇ ਕੀਮਤੀ ਇਤਿਹਾਸ ਜਿਹੜੇ ਸਿਰਜ ਦਿੰਦਾ। ਇਹ ਵੀ ਪਤਾ ਲੱਗਾ ਕੁਝ ਪੋਸਟਾਂ ਤੋਂ ਕਿ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਸਾਈਡ ਕੈਨੇਡਾ ਦੇ ਦੌਰੇ ਤੇ ਇਹ ਵੀ ਕੁਝ ਰਿਊਮਰਸ ਜਿਹੜੀਆਂ ਅਫਵਾਹਾਂ ਨੇ ਉਹ ਵੀ ਇਸ ਤਰੀਕੇ ਦੀਆਂ ਜਿਹੜੀਆਂ ਉਹ ਚੱਲਦੀਆਂ ਪਈਆਂ ਨੇ, ਕਿਉਂਕਿ ਬੀਤੇ ਕਿੰਨਾ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਵੀ ਬਿਆਨ ਜਿਹੜਾ ਨਾ ਕੋਈ ਟਵੀਟ ਜਿਹੜਾ ਉਹ ਸਾਹਮਣੇ ਜਿਹੜਾ ਉਹ ਨਹੀਂ ਆਇਆ। ਸਾਡੇ ਦਰਸ਼ਕ ਜਿਹੜੇ ਸੀ ਉਹ ਦੱਸ ਰਹੇ ਸਨ ਕਿ ਐਕਸ ਸੀਐਮ ਜਿਹੜੇ ਨੇ BC 'ਚ ਉਹਨਾਂ ਨੂੰ ਦੇਖਿਆ ਗਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਤਾਂ ਕਹਿਣ ਦਾ ਅਰਥ ਹੈ ਕਿ ਉਹ ਮੇਰਾ ਖਿਆਲ ਹੈ ਕਿ ਉਹ ਸਿਰਫ ਇੱਕ ਡਰਾਵੇ ਦੀ ਰਣਨੀਤੀ ਜਿਹੜੀ ਆ ਰਾਜਨੀਤੀ ਕਰਦੇ ਰਹੇ, ਡਰਾਵਾ ਦੇ ਕੇ ਬੰਦਿਆਂ ਨੂੰ ਆਪਣੇ ਥੱਲੇ ਲਾ ਕੇ ਰੱਖਣਾ, ਕਿਉਂਕਿ ਕੋਈ ਵੀ ਵਿਅਕਤੀ ਉਹਨਾਂ ਦੇ ਖਿਲਾਫ ਜਿਹੜੀ ਵਿਰੋਧ ਨਾ ਪ੍ਰਗਟ ਕਰ ਸਕੇ। 4.5 ਸਾਲਾਂ ਦੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਮੇਰਾ ਨਹੀਂ ਖਿਆਲ ਸਿਸਵਾ ਫਾਰਮ ਤੋਂ ਕਦੀ ਬਾਹਰ ਨਿਕਲੇ ਤੇ ਨਾ ਹੀ ਕਦੀ ਕਿਸੇ ਵਿਧਾਇਕ ਜਾਂ ਮੰਤਰੀ ਨੂੰ ਮਿਲੇ ਸਵਾਏ ਤ੍ਰਿਪਤ ਸਿੰਘ ਬਾਜਵਾ ਤੋਂ ਇਲਾਵਾ। ਪਰ ਇਸ ਦੇ ਬਾਵਜੂਦ ਕੋਈ ਵੀ ਮੰਤਰੀ ਕਿਸੇ ਵੀ ਵਿਧਾਇਕ ਦੀ ਇੰਨੀ ਜ਼ਰੂਰਤ ਨਹੀਂ ਸੀ ਹੁੰਦੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਚੈਲੰਜ ਕਰ ਜਾਵੇ। ਉਸ ਦਾ ਕਾਰਨ ਇਹੋ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਰਿਆਂ ਨੂੰ ਕਾਬੂ 'ਚ ਰੱਖਿਆ ਸੀ। ਸਾਰਿਆਂ ਦੇ ਅਸੀਂ ਕਹਿ ਸਕਦੇ ਫਾਇਦਾ ਇੱਕ ਡਰਾਵੇ ਦੀ ਰਾਜਨੀਤੀ ਜੇ ਵਾਕਿਆ ਹੀ ਕੁਝ ਏਦਾਂ ਦਾ ਹੁੰਦਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਕਿ ਇਸ ਲਈ ਸਾਰੇ ਮੁੱਦੇ ਉਹ ਜਨਤਕ ਕਰ ਦੇਣ ਤਾਂ ਜੋ ਲੋਕਾਂ ਦੇ ਭਰਮ ਭੁਲੇਖੇ ਵੀ ਦੂਰ ਹੋਣ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਵੀ ਲੱਗੇ ਕਿ ਉਹ ਕਿੰਨਾ ਕੁ ਸੱਚ ਬੋਲਦੇ ਆ ਜਾਂ ਕਿੰਨਾ ਕੁ ਝੂਠ। ਜੀ ਬਿਲਕੁਲ ਤਾਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਕਿ ਸਾਹਿਬ ਹੁਣ ਕਾਂਗਰਸ ਪਾਰਟੀ ਦੇ ਹਾਲਾਤ ਬਣੇ ਹੋਏ ਨੇ, ਕੋਈ ਅੰਦਰ ਜਾ ਰਿਹਾ ਕੋਈ ਬਾਹਰ ਜਾ ਰਿਹਾ ਤੇ ਉਧਰ ਇੱਕ ਹੋਰ ਕੁਲਦੀਪ ਜਿਹੜੇ ਬਿਸ਼ਨੋਈ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ, ਤਾਂ ਜਿਹੜੀ ਕਾਰਵਾਈ ਹੋਈ ਹੈ ਹਾਈ ਕਮਾਨ ਦੇ ਵੱਲੋਂ ਕਿਵੇਂ ਦੇਖਦੇ ਹੋ? ਦੇਖੋ ਕੁਲਦੀਪ ਬਿਸ਼ਨੋਈ ਹਰਿਆਣੇ ਦੇ ਇੱਕ ਸਤਿਕਾਰਤ ਨੇਤਾ ਨੇ। ਅੱਜ ਕੱਲ੍ਹ ਜਦੋਂ ਬਿਸ਼ਨੋਈ ਦੀ ਗੱਲ ਕਰੀਦੀ ਹੈ ਤਾਂ ਨਾਲ ਹੀ ਲਾਰੈਂਸ ਬਿਸ਼ਨੋਈ ਦਾ ਯਾਰ ਵੀ ਚੇਤਾ ਵੀ ਆ ਜਾਂਦਾ। ਬਿਸ਼ਨੋਈ ਇੱਕ ਵਰਗ ਆ, ਮਤਲਬ ਬੜੇ ਵੱਡੇ ਕਿਸਾਨ ਵਰਗ ਜਿਹੜਾ ਅਸੀਂ ਕਹਿ ਸਕਦੇ ਹਾਂ। ਤਾਂ ਕੁਲਦੀਪ ਬਿਸ਼ਨੋਈ ਜਿਹੜੇ ਨੇ ਉਹ ਹਰਿਆਣੇ ਤੋਂ ਕਾਂਗਰਸੀ ਨੇਤਾ ਹਨ ਤੇ ਪਰ ਜਿਸ ਤਰ੍ਹਾਂ ਹੁਣ ਰਾਜ ਸਭਾ ਦੀਆਂ ਚੋਣਾਂ ਜਿਹੜੀਆਂ ਹੋਣੀਆਂ ਸਨ ਤਾਂ ਰਾਜ ਸਭਾ ਦੀਆਂ ਅਸੀਂ ਜਦੋਂ ਵੋਟਿੰਗ ਹੋਣੀ ਸੀ ਤਾਂ ਉਹਦੇ ਵਿੱਚ ਅਜੇ ਮਾਤਮ ਜਿਹੜੇ ਨੇ ਉਹ ਕਾਂਗਰਸ ਦੇ ਉਥੋਂ ਉਮੀਦਵਾਰ ਸਨ। ਪਰ ਕੁਲਦੀਪ ਬਿਸ਼ਨੋਈ ਜਿਹੜੇ ਅਖੀਰ ਦੇ ਸਮੇਂ ਅਸੀਂ ਕਹਿ ਸਕਦੇ ਕਿ ਉਹ ਕਾਂਗਰਸ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਨਹੀਂ ਤੇ ਉਹਨਾਂ ਨੇ ਉਲਟ ਜਾ ਕੇ ਜਿਹੜੀ ਵੋਟ ਜਿਹੜੀ ਹੈ ਦੂਜੇ ਪਾਸੇ ਪਾਤੀ, ਜਿਸ ਕਾਰਨ ਰਾਜ ਸਭਾ ਦੀ ਜਿਹੜੀ ਇੱਕ ਸੀਟ ਜਿਹੜੀ ਆ ਉਹ ਕਾਂਗਰਸ ਦੇ ਹੱਥ ਵਿੱਚੋਂ ਆਉਂਦੀ ਹੁੰਦੀ ਦੂਰ ਹੋ ਗਈ। ਹਾਲਾਂਕਿ ਕੁਲਦੀਪ ਬਿਸ਼ਨੋਈ ਰਾਹੁਲ ਗਾਂਧੀ ਬ੍ਰਿਗੇਡ ਦੇ ਖਾਸਮ ਖਾਸ ਸਮਝੇ ਜਾਂਦੇ ਨੇ ਸਿਪਾਹ ਸਾਹਿਬ, ਔਰ ਉਹਨਾਂ ਦੇ ਪੂਰਨ ਤੌਰ ਤੇ ਨਜ਼ਦੀਕੀ ਸਾਥੀ ਨੇ। ਪਰ ਰਾਜਨੀਤੀ ਦੇ ਵਿੱਚ ਜਿਸ ਤਰ੍ਹਾਂ ਕਿਹਾ ਜਾਂਦਾ ਕੋਈ ਸਖਾ ਦੋਸਤ ਨਹੀਂ, ਕੋਈ ਦੁਸ਼ਮਣ ਨਹੀਂ, ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਵਫਾਦਾਰੀਆਂ ਜਿਹੜੀਆਂ ਨੇ ਦੋਸਤੀਆਂ ਦੁਸ਼ਮਣੀਆਂ 'ਚ ਬਦਲ ਜਾਂਦੀਆਂ, ਦੁਸ਼ਮਣੀਆਂ ਦੋਸਤੀਆਂ 'ਚ ਬਦਲ ਜਾਂਦੀਆਂ। ਉਹੋ ਜਿਹਾ ਵਰਤਾਰਾ ਹੀ ਕੁਲਦੀਪ ਬਿਸ਼ਨੋਈ ਦੇ ਸੰਬੰਧ 'ਚ ਵੇਖਣ ਨੂੰ ਜਿਹੜਾ ਉਹ ਮਿਲਿਆ। ਰਾਜ ਸਭਾ ਦੀ ਸੀਟ ਜਿਹੜੇ ਅਜ਼ਮ ਹਾਕਮ ਜਿਹੜੇ ਹੱਦੇ ਨੇ ਤਾਂ ਕੁਲਦੀਪ ਬਿਸ਼ਨੋਈ ਨੂੰ ਬਾਹਰ ਦਾ ਰਸਤਾ ਜਿਹੜਾ ਕਾਂਗਰਸ ਪਾਰਟੀ ਵਿਖਾ ਦਿੰਦੀ ਹੈ। ਹਾਲਾਂਕਿ ਕੁਲਦੀਪ ਬਿਸ਼ਨੋਈ ਦਾ ਹਰਿਆਣੇ ਦੇ ਵਿੱਚ ਤਗੜਾ ਆਧਾਰ ਹੈ ਬਿਸ਼ਨੋਈ ਵਰਗ ਦੇ ਵਿੱਚ, ਪਰ ਖੈਰ ਇਸ ਗੱਲ ਨੂੰ ਅਨੁਸ਼ਾਸਨ ਹੀਨਤਾ ਮੰਨਦਿਆਂ ਹੋਇਆ ਕਾਂਗਰਸ ਕੋਲ ਕੁਲਦੀਪ ਬਿਸ਼ਨੋਈ ਨੂੰ ਬਾਹਰ ਦਾ ਰਸਤਾ ਜਿਹੜਾ ਵਿਖਾ ਦਿੱਤਾ ਗਿਆ। ਝਟਕਾ ਤਾਂ ਕਾਂਗਰਸ ਪਾਰਟੀ ਨੂੰ ਹੈ। ਜੀ ਬਹੁਤ ਤੁਹਾਡਾ ਸ਼ੁਕਰੀਆ ਅਣਖੀ ਸਾਹਿਬ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਦੇ ਲਈ। ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ, ਜਿਨ੍ਹਾਂ ਨੇ ਹੁਣ ਤੱਕ ਦੀਆਂ ਤਮਾਮ ਖਬਰਾਂ ਨੂੰ ਲੈ ਕੇ ਆਪਣੇ ਵਿਚਾਰ ਰੱਖੇ। ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਕਮੈਂਟ ਕਰਕੇ ਆਪਣੀ ਰਾਏ ਤੁਸੀਂ ਵੀ ਸਾਡੇ ਨਾਲ ਸਾਂਝੀ ਜ਼ਰੂਰ ਕਰ ਸਕਦੇ ਹੋ। ਤੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ। ਧੰਨਵਾਦ।